सत श्री अकाल दोस्तों, वेलकम टू डोरस्टैप एजुकेशन पॉइंट। अज की वीडियो विच PS टैट ਪ੍ਰੀਖਿਆ ਦੀ ਤਿਆਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਾਲ ਵਿਕਾਸ ਦੇ ਪ੍ਰੀਵੀਅਸ ਈਅਰ ਦੀ ਵੀਡੀਓ ਬਣਾ ਰਹੇ ਹਾਂ, ਜਿਹਦੇ ਵਿੱਚ ਆਪਾਂ ਕੁਝ ਪ੍ਰਸ਼ਨਾਂ ਨੂੰ ਸਮਝਾਂਗੇ। ਪੇਪਰ 1 ਅਤੇ 2 ਦੀ ਤਿਆਰੀ ਕਰ ਰਹੇ ਸਟੂਡੈਂਟਸ ਲਈ ਇਹ ਵੀਡੀਓ ਕਾਫੀ ਇੰਪੋਰਟੈਂਟ ਹੈ ਐਂਡ ਇਸ ਸੈਸ਼ਨ ਦੀ PDF ਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਭੇਜ ਦਿੱਤਾ ਜਾਏਗਾ। ਆਪਣੇ ਟੈਲੀਗ੍ਰਾਮ ਚੈਨਲ ਦਾ ਨੇਮ ਹੈਗਾ ਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਗੱਲ ਕਰਦੇ ਹਾਂ ਪਹਿਲੇ ਪ੍ਰਸ਼ਨ ਦੀ ਐਂਡ ਦੋਸਤੋ ਕੋਸ਼ਿਸ਼ ਕਰਿਓ ਮੇਰੇ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਜਿਹੜਾ ਵੀ ਸਹੀ ਜਵਾਬ ਬਣਦਾ ਆ ਉਸ ਪ੍ਰਸ਼ਨ ਦਾ ਜਵਾਬ ਦਿੱਤਾ ਜਾਵੇ। ਇਸ ਚੀਜ਼ ਨਾਲ ਤੁਹਾਡਾ ਕੌਨਫੀਡੈਂਸ ਲੈਵਲ ਵੀ ਬੂਸਟ ਹੋਏਗਾ ਐਂਡ ਲਾਸਟ ਤੇ ਮੈਨੂੰ ਜ਼ਰੂਰ ਦੱਸਿਓ ਤੁਹਾਡੇ ਇੱਥੇ 15 ਵਿੱਚੋਂ ਕਿੰਨੇ ਨੰਬਰ ਬਣੇ ਨੇ। ਜਿਨ੍ਹਾਂ ਸਾਥੀਆਂ ਨੂੰ ਜਿਹੜੇ ਪ੍ਰਸ਼ਨ ਮੈਂ ਕਰਵਾ ਰਿਹਾ ਸੌਖੇ ਲੱਗ ਰਹੇ ਆ ਤਾਂ ਸਮਝ ਲਓ ਤੁਹਾਡੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਚੁੱਕੀ ਆ ਐਂਡ ਤੁਸੀਂ ਪ੍ਰੈਕਟਿਸ ਕਰਦੇ ਰਹੋ। ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈਗਾ ਆ ਜੀ, ਦ ਰੂਲਸ ਫਾਰ ਇਫੈਕਟਿਵ ਟੀਚਿੰਗ ਮੇਡ ਫਰੋਮ ਐਕਸਪੀਰੀਐਂਸਿਸ ਆਫ ਟੀਚਰਸ ਐਂਡ ਥਿੰਕਰਸ ਆਰ ਕਾਲਡ। ਰੂਲਸ ਹੁੰਦੇ ਨੇ ਜੀ ਕੁਝ ਟੀਚਿੰਗ ਨੂੰ ਵਧੀਆ ਬਣਾਉਣ ਦੇ ਲਈ ਐਂਡ ਇਹਨਾਂ ਰੂਲਸ ਨੂੰ ਬਣਾਇਆ ਜਾਂਦਾ ਆ ਟੀਚਰਸ ਦੁਆਰਾ ਐਂਡ ਕੁਝ ਵਿਚਾਰਕ ਦੁਆਰਾ ਐਂਡ ਇਹਨਾਂ ਰੂਲਸ ਨੂੰ ਬਣਾਇਆ ਜਾਂਦਾ ਆ ਅਨੁਭਵ ਦੇ ਆਧਾਰ ਤੇ ਤਾਂ ਜੋ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ। ਸੋ ਪੰਜਾਬੀ ਵਿੱਚ ਵੀ ਪੜ੍ਹ ਲੈਂਦੇ ਹਾਂ। ਅਧਿਆਪਕਾਂ ਅਤੇ ਵਿਚਾਰਕਾਂ ਦੇ ਅਨੁਭਵ ਤੋਂ ਬਣੇ ਪ੍ਰਭਾਵਸ਼ਾਲੀ ਅਧਿਆਪਨ ਦੇ ਨਿਯਮ ਨੂੰ ਆਪਾਂ ਕਹਿੰਦੇ ਕੀ ਹੈਗੇ ਆ ਕਿ ਇਹਨਾਂ ਨੂੰ ਤੁਸੀਂ ਮੈਥਡਸ ਆਫ ਟੀਚਿੰਗ ਕਹਿੰਦੇ ਹੋ, ਅਧਿਆਪਨ ਦਾ ਢੰਗ, ਜਾਂ ਫਿਰ ਮੈਕਸਿਮਸ ਆਫ ਟੀਚਿੰਗ ਕਹਿੰਦੇ ਹੋ, ਅਧਿਆਪਨ ਦੇ ਸੂਤਰ, ਜਾਂ ਫਿਰ ਟੈਕਨੀਕਸ ਆਫ ਟੀਚਿੰਗ, ਅਧਿਆਪਨ ਦੀਆਂ ਵਿਧੀਆਂ, ਜਾਂ ਫਿਰ ਆਪਸ਼ਨ ਨੰਬਰ D ਟੀਚਿੰਗ ਸਟ੍ਰੈਟਜੀਜ਼, ਅਧਿਆਪਨ ਨੀਤੀਆਂ। ਗੱਲ ਕਰਦੇ ਹਾਂ ਉਹਨਾਂ ਰੂਲਸ ਦੀ ਜਿਨ੍ਹਾਂ ਨੂੰ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਵਧੀਆ ਕਰਨ ਦੇ ਲਈ ਬਣਾਇਆ ਜਾਂਦਾ ਆ। ਉਹਨਾਂ ਨੂੰ ਤੁਸੀਂ ਕਹਿੰਦੇ ਹੋ ਜੀ ਆਪਸ਼ਨ ਨੰਬਰ B ਮੈਕਸਿਮਸ ਆਫ ਟੀਚਿੰਗ। B.Ed ਦੇ ਵਿੱਚ ਇਹ ਟੌਪਿਕ ਕਾਫੀ ਇੰਪੋਰਟੈਂਟ ਮੰਨਿਆ ਜਾਂਦਾ ਸੀਗਾ ਐਂਡ ਇਹੋ ਜਿਹੇ ਪ੍ਰਸ਼ਨ ਵੀ ਤੁਹਾਡੇ ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ ਹੈਗੇ ਆ ਜੀ। ਜਾਂ ਫਿਰ ਆਪਾਂ C.TET PS TET ਐਗਜ਼ਾਮ ਦੀ ਗੱਲ ਕਰੀਏ ਜਾਂ ਫਿਰ B.Ed ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛ ਲਏ ਜਾਂਦੇ ਆ। ਆਪਸ਼ਨ ਨੰਬਰ B ਜਵਾਬ ਨੂੰ ਤੁਸੀਂ ਟਿਕ ਲਗਾ ਲਿਓ। ਤੇ ਕੁਝ ਤੁਹਾਡੇ ਸਾਹਮਣੇ ਮੈਂ ਸੈਂਟੈਂਸ ਲਿਖੇ ਹੋਏ ਆ ਜਿਹੜੇ ਕਿ ਮੈਕਸਿਮ ਆਫ ਟੀਚਿੰਗ ਹੈਗੇ ਆ, ਜਿਹਦੇ ਵਿੱਚ ਲਿਖਿਆ ਹੋਇਆ ਨੋਨ ਟੂ ਅਨਨੋਨ, ਸੀਨ ਟੂ ਅਨਸੀਨ, ਸਿੰਪਲ ਟੂ ਕੰਪਲੈਕਸ, particular to general, indefinite to definite, concrete to abstract, whole to part, ਸਾਈਕੋਲੋਜੀਕਲ ਟੂ ਲੌਜੀਕਲ। ਸੋ ਇਹ ਕੁਝ ਆਪਸ਼ਨਾਂ ਨੇ ਜੀ, ਇਹ ਕੁਝ ਸੈਂਟੈਂਸਿਸ ਹੈਗੇ ਆ ਜਿਹੜੇ ਕੀ ਹੈਗੇ ਆ ਜੀ ਮੈਕਸਿਮਸ ਆਫ ਟੀਚਿੰਗ। ਅਗਲੇ ਪ੍ਰਸ਼ਨ ਤੇ ਚੱਲਦੇ ਆ ਜਿੱਥੇ ਗੱਲ ਕੀਤੀ ਜਾ ਰਹੀ ਆ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਕਿ ਪ੍ਰਾਇਮਰੀ ਸਕੂਲ ਦੇ ਬੱਚੇ ਵਿਲ ਲਰਨ ਮੋਸਟ ਇਫੈਕਟਿਵਲੀ ਇਨ ਐਨ ਐਟਮੋਸਫੀਅਰ। ਤੁਹਾਨੂੰ ਕੀ ਲੱਗਦਾ ਆ ਪ੍ਰਾਇਮਰੀ ਜਮਾਤ ਦੇ ਜਿਹੜੇ ਬੱਚੇ ਨੇ ਸਭ ਤੋਂ ਵਧੀਆ ਤਰੀਕੇ ਨਾਲ ਯਾਦ ਕਰ ਸਕਦੇ ਨੇ ਕਿਹੋ ਜਿਹੇ ਐਟਮੋਸਫੀਅਰ ਦੇ ਵਿੱਚ? ਸੋ ਪਹਿਲੀ ਆਪਸ਼ਨ ਨੂੰ ਦੇਖਣ ਤੋਂ ਪਹਿਲਾਂ ਪੰਜਾਬੀ ਵਾਲਾ ਜਿਹੜਾ ਸੈਕਸ਼ਨ ਹੈਗਾ ਆ ਉਹਨੂੰ ਵੀ ਆਪਾਂ ਦੇਖ ਲੈਂਦੇ ਹਾਂ। ਪ੍ਰਾਇਮਰੀ ਸਕੂਲ ਵਿਦਿਆਰਥੀ ਇਸ ਵਾਤਾਵਰਣ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣਗੇ। ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ਜਿੱਥੇ ਉਹਨਾਂ ਦੀਆਂ ਇਮੋਸ਼ਨਲ ਜ਼ਰੂਰਤਾਂ ਵੇਅਰ ਦੇਅਰ ਇਮੋਸ਼ਨਲ ਨੀਡਸ ਆਰ ਮੈਟ ਐਂਡ ਦੇ ਫੀਲ ਦੈਟ ਦੇ ਆਰ ਵੈਲਿਊਡ, ਜਿੱਥੇ ਉਹਨਾਂ ਦੀਆਂ ਭਾਵਨਾਤਮਕ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਮੁੱਲ ਹੈ। ਜਾਂ ਫਿਰ ਆਪਸ਼ਨ ਨੰਬਰ B ਵੇਅਰ ਦ ਟੀਚਰਸ ਇਜ਼ ਅਥਾਰਟੇਟਿਵ ਐਂਡ ਕਲੀਅਰਲੀ ਡਿਕਟੇਟਸ ਵਟ ਸ਼ੁੱਡ ਬੀ ਡਨ, ਜਿੱਥੇ ਅਧਿਆਪਕ ਅਧਿਕਾਰਕ ਹੈ, ਸਪਸ਼ਟ ਦੱਸਦਾ ਹੈਗਾ ਕਿ ਕੀਤਾ ਕੀ ਜਾਣਾ ਚਾਹੀਦਾ ਹੈ। ਜਾਂ ਫਿਰ ਆਪਸ਼ਨ ਨੰਬਰ C where the focus and stress are only on mastering primarily cognitive skill of reading, writing and mathematics, ਜਿੱਥੇ ਕੇਂਦਰ ਅਤੇ ਜ਼ੋਰ ਮੁੱਢਲੇ ਤੌਰ ਤੇ ਸਿਰਫ ਪੜ੍ਹਨ ਲਿਖਣ ਅਤੇ ਗਣਿਤ ਦੀਆਂ ਬੌਧਿਕ ਨਿਪੁੰਨਤਾ ਵਿੱਚ ਮੁਹਾਰਤ ਹਾਸਲ ਕਰਨ ਤੇ ਹੁੰਦਾ ਹੈ। ਜਾਂ ਫਿਰ ਆਪਸ਼ਨ ਨੰਬਰ D where the teacher leads all the learning and expects student to play a passive role, ਜਿੱਥੇ ਅਧਿਆਪਕ ਸਾਰੀ ਸਿਖਲਾਈ ਦੀ ਅਗਵਾਈ ਕਰਦਾ ਹੈ ਅਤੇ ਵਿਦਿਆਰਥੀਆਂ ਤੋਂ ਉਦਾਸੀਨ ਭੂਮਿਕਾ ਦੀ ਉਮੀਦ ਕਰਦਾ ਹੈ। ਸੋ ਇੱਥੇ ਦੱਸੋ ਸਹੀ ਜਵਾਬ ਕੀ ਹੋਊਗਾ? ਪ੍ਰਾਇਮਰੀ ਸਕੂਲ ਦੇ ਜਿਹੜੇ ਬੱਚੇ ਹੁੰਦੇ ਆ ਸਭ ਤੋਂ ਜ਼ਿਆਦਾ ਕਿਹੜੇ ਐਟਮੋਸਫੇਅਰ ਦੇ ਵਿੱਚ ਯਾਦ ਕਰ ਸਕਦੇ ਆ? ਆਪਾਂ ਗਲਤ ਆਪਸ਼ਨਾਂ ਨੂੰ ਐਲੀਮੀਨੇਟ ਕਰਨਾ ਸਟਾਰਟ ਕਰਦੇ ਹਾਂ। ਆਪਸ਼ਨ ਨੰਬਰ D ਦੇ ਵਿੱਚ ਲਿਖਿਆ ਹੋਇਆ ਕਿ ਬੱਚੇ ਦਾ ਪੈਸਿਵ ਰੋਲ ਹੋਣਾ ਚਾਹੀਦਾ ਆ। ਇੱਥੇ ਪੈਸਿਵ ਬੱਚੇ ਦੀ ਗੱਲ ਕੀਤੀ ਜਾ ਰਹੀ ਹੈ। ਸੋ ਆਪਸ਼ਨ ਨੰਬਰ D ਨੂੰ ਆਪਾਂ ਕਰਾਂਗੇ ਐਲੀਮੀਨੇਟ ਕਿ ਬੱਚੇ ਤੋਂ ਐਕਸਪੈਕਟ ਕੀਤਾ ਜਾ ਰਿਹਾ ਕਿ ਬੱਚਾ ਪੈਸਿਵ ਰੋਲ ਪਲੇ ਕਰੇ, ਬਿਲਕੁਲ ਗਲਤ। ਆਪਸ਼ਨ ਨੰਬਰ C ਵਿੱਚ ਲਿਖਿਆ ਹੋਇਆ ਕਿ ਬੱਚੇ ਦਾ ਜਿਹੜਾ ਫੋਕਸ ਹੈਗਾ ਆ ਆਪਾਂ ਓਨਲੀ ਔਨ ਮਾਸਟਰਿੰਗ ਪ੍ਰਾਇਮਰਲੀ ਕੋਗਨਿਟਿਵ ਸਕਿੱਲ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਰੀਡਿੰਗ, ਰਾਈਟਿੰਗ, ਮੈਥਮੈਟਿਕਸ ਦੀ ਗੱਲ ਕੀਤੀ ਜਾ ਰਹੀ ਆ। ਸੋ ਇਸ ਕਰਕੇ ਆਪਸ਼ਨ ਨੰਬਰ C ਜਵਾਬ ਤੇ ਆਪਾਂ ਲਗਾ ਦਾਂਗੇ ਕਿ ਮਤਲਬ ਇਹ ਗਲਤ ਹੈਗਾ ਆ ਕਿ ਇੱਥੇ ਸਿਰਫ ਲਿਖਿਆ ਹੋਇਆ ਮਾਸਟਰਿੰਗ ਪ੍ਰਾਇਮਰਲੀ ਕੋਗਨਿਟਿਵ ਸਕਿੱਲ। ਆਪਾਂ ਓਵਰਆਲ ਡਿਵੈਲਪਮੈਂਟ ਦੀ ਗੱਲ ਕਰਨੀ ਹੈ, ਨਾ ਕਿ ਕਿਸੇ ਸਪੈਸੀਫਿਕ ਸਕਿੱਲ ਦੀ। ਆਪਸ਼ਨ ਨੰਬਰ B ਵਿੱਚ ਲਿਖਿਆ ਹੋਇਆ ਕਿ ਜਿਹੜਾ ਟੀਚਰ ਹੋਊਗਾ
ਉਹ ਅਧਿਕਾਰਕ ਹੈ, ਮਤਲਬ ਡਿਕਟੇਟ ਕਰੂਗਾ ਬੱਚਿਆਂ ਨੂੰ, ਬਿਲਕੁਲ ਵੀ ਨਹੀਂ। ਆਪਸ਼ਨ ਨੰਬਰ ਬੀ ਵੀ ਐਲੀਮੀਨੇਟ ਹੋ ਗਿਆ, ਰਹਿ ਗਿਆ ਆਪਸ਼ਨ ਏ, ਜਿੱਥੇ ਆਪਾਂ ਕੀ ਕਰ ਰਹੇ ਹਾਂ, ਬੱਚਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਹੇ ਹਾਂ, ਜਿੱਥੇ ਬੱਚਿਆਂ ਦੀ ਕਦਰ ਹੋਵੇ, ਬੱਚਿਆਂ ਦੇ ਵਿਚਾਰਾਂ ਦੀ ਕਦਰ ਹੋਵੇ। ਸੋ ਇਸ ਅਕੋਰਡਿੰਗ ਇਮੋਸ਼ਨਲ ਨੀਡਸ ਆਰ ਮੈਟ ਐਂਡ ਦੇ ਫੀਲ ਦੈਟ ਦੇ ਆਰ ਵੈਲਿਊਡ। ਸੋ ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। 8 ਸਾਲ ਦੀ ਲੜਕੀ ਦੀ ਗੱਲ ਕੀਤੀ ਜਾ ਰਹੀ ਹੈ। ਐਨ 8-year-old girl shows exceptional sporting ability. Both of her parents are sports person and send her for coaching every day and train her on the weekends. Her capabilities are most likely to be result of an interaction between। ਇੱਕ 8 ਸਾਲਾਂ ਦੀ ਬੱਚੀ ਵਿੱਚ ਅਸੀਮ ਖੇਡ ਕਾਬਲੀਅਤ ਹੈਗੀ ਆ। ਉਸਦੇ ਮਾਤਾ ਪਿਤਾ ਖਿਡਾਰੀ ਹੈਗੇ ਨੇ ਜੀ, ਹਰ ਰੋਜ਼ ਉਸਨੂੰ ਕੋਚਿੰਗ ਲਈ ਭੇਜਦੇ ਹੈਗੇ ਆ ਤੇ ਹਫਤੇ ਦੇ ਅਖੀਰ ਤੇ ਉਸ ਨੂੰ ਸਿਖਲਾਈ ਦਿੰਦੇ ਹੈਗੇ ਆ। ਉਸ ਦੀਆਂ ਸਮਰੱਥਾਵਾਂ ਇਹਨਾਂ ਵਿਚਕਾਰ ਪਰਸਪਰ ਅਸਰ ਦਾ ਸਿੱਟਾ ਹੈ। ਤੁਹਾਨੂੰ ਕੀ ਲੱਗਦਾ ਆ 8 ਸਾਲ ਦੀ ਜਿਹੜੀ ਬੱਚੀ ਹੈਗੀ ਆ ਉਹ ਬਹੁਤ ਜ਼ਿਆਦਾ ਵਧੀਆ ਹੈਗੀ ਆ ਸਪੋਰਟਸ ਦੇ ਵਿੱਚ। ਉਹਦੇ ਦੋਨੋਂ ਪੇਰੈਂਟਸ ਮੰਮੀ ਡੈਡੀ ਦੋਨੋਂ ਹੀ ਸਪੋਰਟਸ ਪਰਸਨ ਹੈਗੇ ਸੀਗੇ ਤੇ ਉਹਨੂੰ ਕੋਚਿੰਗ ਵੀ ਦਿੰਦੇ ਸੀਗੇ। ਸੋ ਇੱਥੇ ਦੱਸੋ ਕਿ ਇਹਦਾ ਜਵਾਬ ਹੈਰੀਡਿਟੀ ਐਂਡ ਇਨਵਾਇਰਨਮੈਂਟ ਹੋਏਗਾ, ਅਨੁਵਾਂਸ਼ਿਕ, ਜੱਦੀ ਜਾਂ ਫਿਰ ਵਾਤਾਵਰਣ। ਡਿਸਪਲਿਨ ਐਂਡ ਨਿਊਟ੍ਰੀਸ਼ਨ, ਅਨੁਸ਼ਾਸਨ ਅਤੇ ਪੋਸ਼ਣ। ਗਰੋਥ ਐਂਡ ਡਿਵੈਲਪਮੈਂਟ, ਤਰੱਕੀ ਅਤੇ ਵਿਕਾਸ। ਹੈਲਥ ਐਂਡ ਟ੍ਰੇਨਿੰਗ, ਸਿਹਤ ਅਤੇ ਸਿਖਲਾਈ। ਮੈਨੂੰ ਲੱਗਦਾ ਇਹਦਾ ਜਵਾਬ ਤੁਸੀਂ ਸਾਰਿਆਂ ਨੇ ਸਹੀ ਦਿੱਤਾ ਹੋਊਗਾ। ਆਪਸ਼ਨ ਨੰਬਰ ਏ ਤੁਹਾਡਾ ਜਵਾਬ ਸਹੀ ਹੈਗਾ। ਕਿਉਂ? ਕਿਉਂਕਿ ਇੱਥੇ ਜਿਹੜੀ ਹੈਰੀਡਿਟੀ ਹੈਗੀ ਆ ਉਹ ਤਾਂ ਚਲੋ ਉਹਨੂੰ ਪੇਰੈਂਟਸ ਤੋਂ ਮਿਲ ਗਈ, ਇਸ ਬੱਚੀ ਨੂੰ ਪੇਰੈਂਟਸ ਤੋਂ ਮਿਲ ਗਈ। ਇਹਨੂੰ ਹੈਰੀਡਿਟੀ ਭਾਵ ਇਹ ਕਿ ਇਹਨੂੰ ਆਪਣੇ ਬੇਬੇ ਬਾਪੂ ਦਾ ਜਿਹੜੇ ਵੀ ਗੁਣ ਸੀਗੇ ਜੀ ਉਹ ਸਾਰੇ ਮਿਲ ਗਏ, ਜਿਹਦੇ ਕਰਕੇ ਹੋ ਸਕਦਾ ਆ ਕਿ ਸਪੋਰਟਿੰਗ ਐਬਿਲਿਟੀ ਦੇ ਵਿੱਚ ਇਹ ਚੰਗੀ ਹੋਗੀ। ਬਟ ਇਸ ਦੇ ਨਾਲ ਨਾਲ ਉਹਦਾ ਜਿਹੜਾ ਇਨਵਾਇਰਮੈਂਟ ਹੈਗਾ ਆ, ਭਾਵ ਉਹਨੂੰ ਕੋਚਿੰਗ ਲਈ ਵੀ ਭੇਜਿਆ ਜਾ ਰਿਹਾ। ਕੋਚਿੰਗ ਨੂੰ ਤੁਸੀਂ ਰਿਲੇਟ ਕਰ ਸਕਦੇ ਹੋ ਜੀ ਇਨਵਾਇਰਮੈਂਟ ਨਾਲ, ਤੇ ਹੈਰੀਡਿਟੀ ਇਹਦੇ ਬੋਥ ਪੇਰੈਂਟਸ। ਸੋ ਆਪਸ਼ਨ ਨੰਬਰ ਜਿਹੜਾ ਇਹ ਹੈਗਾ ਜੀ ਇਹ ਜਵਾਬ ਬਿਲਕੁਲ ਤੁਹਾਡਾ ਸਹੀ ਹੋਊਗਾ ਕਿ ਇਨਵਾਇਰਮੈਂਟ ਦਾ ਵੀ ਫਰਕ ਵੀ ਪੈ ਰਿਹਾ ਤੇ ਹੈਰੀਡਿਟੀ ਦਾ ਵੀ ਫਰਕ ਪੈ ਰਿਹਾ। ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਤੇ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਸੋਸ਼ਲਾਈਜੇਸ਼ਨ ਤੋਂ ਸੰਬੰਧਿਤ ਪ੍ਰਸ਼ਨ ਹੈਗਾ ਆ। ਵਿਚ ਆਫ ਦਾ ਫੋਲੋਇੰਗ ਆਰ ਦਾ ਸੈਕੰਡਰੀ ਏਜੰਟ ਆਫ ਸੋਸ਼ਲਾਈਜੇਸ਼ਨ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਮਾਜੀਕਰਨ ਦਾ ਗੌਣ ਏਜੰਟ ਹੈਗਾ ਆ, ਜਾਂ ਫਿਰ ਕਹਿ ਲਓ ਕਿ ਸੈਕੰਡਰੀ ਏਜੰਟ ਕਿਹੜਾ ਆ। ਇੱਥੇ ਲੱਗਦਾ ਕੁਝ ਮਿਸਟੇਕ ਹੋ ਗਈ ਹੋਣੀ ਆ, ਬਟ ਇਗਨੋਰ ਕਰਿਓ। ਫੈਮਿਲੀ ਐਂਡ ਨੇਬਰਹੁੱਡ, ਪਰਿਵਾਰ ਅਤੇ ਗੁਆਂਢ। ਸਕੂਲ ਐਂਡ ਨੇਬਰਹੁੱਡ, ਸਕੂਲ ਅਤੇ ਗੁਆਂਢ। ਸਕੂਲ ਐਂਡ ਇਮੀਡੀਏਟ ਫੈਮਿਲੀ ਮੈਂਬਰ, ਸਕੂਲ ਅਤੇ ਤਤਕਾਲੀ ਪਰਿਵਾਰਕ ਸਦੱਸ। ਜਾਂ ਫਿਰ ਆਪਸ਼ਨ ਨੰਬਰ ਡੀ ਫੈਮਿਲੀ ਐਂਡ ਰਿਲੇਟਿਵਸ, ਪਰਿਵਾਰ ਅਤੇ ਰਿਸ਼ਤੇਦਾਰ। ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਸੋਸ਼ਲਾਈਜੇਸ਼ਨ ਪ੍ਰੋਸੈਸ ਦੇ ਵਿੱਚ ਪ੍ਰਾਇਮਰੀ ਜਿਹੜੇ ਏਜੰਟ ਹੁੰਦੇ ਨੇ ਉਹ ਤਾਂ ਹੁੰਦੇ ਨੇ ਜੀ ਆਪਣੇ ਪੇਰੈਂਟਸ। ਸੋ ਸੈਕੰਡਰੀ ਕਿਹੜੇ ਹੋ ਗਏ ਕਿ ਉਹ ਫੈਮਿਲੀ ਐਂਡ ਨੇਬਰਹੁੱਡ ਹੋਣਗੇ, ਪਰਿਵਾਰ ਅਤੇ ਗੁਆਂਢ, ਜਾਂ ਫਿਰ ਸਕੂਲ ਐਂਡ ਨੇਬਰਹੁੱਡ, ਸਕੂਲ ਅਤੇ ਗੁਆਂਢ, ਜਾਂ ਫਿਰ ਸਕੂਲ ਐਂਡ ਇਮੀਡੀਏਟ ਫੈਮਿਲੀ ਮੈਂਬਰ, ਸਕੂਲ ਅਤੇ ਤਤਕਾਲੀ ਪਰਿਵਾਰਕ ਸਦੱਸ, ਜਾਂ ਫਿਰ ਫੈਮਿਲੀ ਐਂਡ ਰਿਲੇਟਿਵਸ, ਪਰਿਵਾਰ ਅਤੇ ਰਿਸ਼ਤੇਦਾਰ। ਸੋ ਜਿੱਥੇ ਜਿੱਥੇ ਫੈਮਿਲੀ ਆਇਆ ਪਹਿਲਾਂ ਤਾਂ ਤੁਸੀਂ ਉਹਨੂੰ ਕੱਟ ਦਿਓ, ਕਿਉਂਕਿ ਫੈਮਿਲੀ ਦਾ ਹੁੰਦਾ ਆ ਜੀ ਪ੍ਰਾਇਮਰੀ। ਪਹਿਲੇ ਜੇ ਆਇਆ ਫੈਮਿਲੀ, ਦੂਸਰੇ ਦੇ ਵਿੱਚ ਸਕੂਲ ਐਂਡ ਨੇਬਰਹੁੱਡ ਹੈ, ਤੀਸਰੇ ਵਿੱਚ ਫੈਮਿਲੀ ਹੈ, ਚੌਥੇ ਵਿੱਚ ਵੀ ਫੈਮਿਲੀ ਹੈ। ਸੋ ਕੁੱਲ ਮਿਲਾ ਕੇ ਆਪਸ਼ਨ ਨੰਬਰ ਬਚ ਗਿਆ ਜੀ ਬੀ। ਸਕੂਲ ਐਂਡ ਨੇਬਰਹੁੱਡ ਕਹਿ ਲਓ, ਜਾਂ ਫਿਰ ਕੋਈ ਹੋਰ ਜਿਹੜਾ ਪਰਸਨ ਹੋਊਗਾ ਘਰਦਿਆਂ ਨੂੰ ਛੱਡ ਕੇ ਤੇ ਉਹਨਾਂ ਨੂੰ ਤੁਸੀਂ ਕਾਊਂਟ ਕਰਦੇ ਹੋ ਸੈਕੰਡਰੀ ਸੋਸ਼ਲਾਈਜੇਸ਼ਨ ਦੇ ਵਿੱਚ, ਸੈਕੰਡਰੀ ਸਮਾਜੀਕਰਨ ਦੇ ਵਿੱਚ। ਸੋ ਇਸ ਅਕੋਰਡਿੰਗ ਤੁਸੀਂ ਲਗਾ ਦਿਓ ਆਪਸ਼ਨ ਨੰਬਰ ਬੀ ਤੇ ਟਿਕ ਤੇ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਹੈਗਾ ਜੀ ਲੈਵ ਵੈਗੋਟਸਕੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਦ ਪ੍ਰਾਇਮਰੀ ਕਾਜ਼ ਆਫ ਕੋਗਨੀਟਿਵ ਡਿਵੈਲਪਮੈਂਟ ਇਜ਼। ਲੈਵ ਵੈਗੋਟਸਕੀ ਅਨੁਸਾਰ ਬੌਧਿਕ ਵਿਕਾਸ ਦਾ ਮੁੱਢਲਾ ਕਾਰਨ ਕੀ ਹੈਗਾ ਆ। ਇਕੁਲਿਬ੍ਰੇਸ਼ਨ ਹੈਗਾ ਆ, ਸੰਤੁਲਨ ਕਰਨਾ, ਸੋਸ਼ਲ ਇੰਟਰੈਕਸ਼ਨ ਹੈਗਾ ਆ, ਸਮਾਜਿਕ ਪਰਸਪਰ ਪ੍ਰਭਾਵ, ਜਾਂ ਫਿਰ ਆਪਸ਼ਨ ਨੰਬਰ ਸੀ ਐਡਜਸਟਮੈਂਟ ਆਫ ਮੈਂਟਲ ਸਕੀਮਾ, ਮਾਨਸਿਕ ਯੋਜਨਾ ਦੀ ਵਿਵਸਥਾ, ਜਾਂ ਫਿਰ ਆਪਸ਼ਨ ਨੰਬਰ ਡੀ ਸਟਿਮੂਲਸ ਰਿਸਪੌਂਸ ਪੇਅਰਿੰਗ, ਉਤਸ਼ਾਹ ਪ੍ਰਤੀਕਿਰਿਆ ਜੋੜ। ਸੋ ਸਹੀ ਜਵਾਬ ਦੱਸੋ ਕੀ ਹੋਊਗਾ ਜੀ। ਲੈਵ ਵੈਗੋਟਸਕੀ ਦੀ ਗੱਲ ਕਰਦੇ ਹਾਂ ਤੇ ਇਹਨਾਂ ਨੇ ਮੇਨ ਜਿਹੜਾ ਆਪ ਦਾ ਫੋਕਸ ਦਿੱਤਾ ਸੀਗਾ, ਸਟ੍ਰੈਸ ਦਿੱਤਾ ਸੀਗਾ, ਉਹ ਉਹਨਾਂ ਨੇ ਦਿੱਤਾ ਸੀਗਾ ਸੋਸਾਇਟੀ ਦੀ ਗੱਲ ਕੀਤੀ ਸੀਗੀ, ਸੋਸ਼ਲ ਇੰਟਰੈਕਸ਼ਨ ਦੀ ਗੱਲ ਕੀਤੀ ਸੀਗੀ। ਸੋ ਆਪਸ਼ਨ ਨੰਬਰ ਬੀ ਜਿਹੜਾ ਜਵਾਬ ਤੁਸੀਂ ਲਗਾਓਗੇ, ਮਤਲਬ ਕਿ ਸੋਸ਼ਲ ਇੰਟਰੈਕਸ਼ਨ ਦੇ ਕਰਕੇ ਜਿਹੜਾ ਪ੍ਰਾਇਮਰੀ ਕਾਜ਼ ਹੈਗਾ ਆ ਕੋਗਨੀਟਿਵ ਡਿਵੈਲਪਮੈਂਟ ਦਾ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਹੈਗਾ ਜੀ ਪ੍ਰੋਗਰੈਸਿਵ ਕਲਾਸਰੂਮ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ। ਪ੍ਰੋਗਰੈਸਿਵ ਜਿਹੜਾ ਕਲਾਸਰੂਮ ਹੋਊਗਾ ਦਾ ਟੀਚਰ ਫੈਸਿਲਿਟੇਟਸ ਲਰਨਿੰਗ ਬਾय ਪ੍ਰੋਵਾਈਡਿੰਗ ਐਨ ਐਨਵਾਇਰਨਮੈਂਟ ਦੈਟ। ਇੱਥੇ ਗੱਲ ਕੀਤੀ ਜਾਂਦੀ ਹੈ ਕਿ ਇੱਕ ਵਿਕਾਸਸ਼ੀਲ ਕਲਾਸਰੂਮ ਸੈਟਅਪ ਵਿੱਚ ਅਧਿਆਪਕ ਸਿਖਲਾਈ ਨੂੰ ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕਰਕੇ ਵਧਾਉਂਦਾ ਹੈ ਜਿਹੜਾ ਪ੍ਰਮੋਟ ਡਿਸਕਵਰੀ, ਖੋਜ ਨੂੰ ਪ੍ਰੋਤਸਾਹਿਤ ਦਿੰਦਾ ਹੈ, ਜਾਂ ਫਿਰ ਇਜ ਰਿਸਟ੍ਰਿਕਟਿਵ, ਬੰਦਸ਼ੀ ਹੈ, ਡਿਸਕਰੇਜ ਇਨਕਲੂਜਨ, ਸੰਮਿਲਿਤ ਨੂੰ ਨਿਰਉਤਸਾਹਿਤ ਕਰਦਾ ਹੈ, ਜਾਂ ਫਿਰ ਆਪਸ਼ਨ ਨੰਬਰ ਡੀ ਡਿਸਕਰੇਜਸ ਰੈਪੀਟੀਸ਼ਨ, ਦੁਹਰਾਈ ਨੂੰ ਉਤਸ਼ਾਹਿਤ ਕਰਦਾ ਹੈ। ਸੋ ਦੇਖ ਲਓ ਇੱਥੇ 3 ਆਪਸ਼ਨਾਂ ਤਾਂ ਦਿੱਤੀਆਂ ਹੋਈਆਂ ਨੇ ਜੀ ਨੈਗੇਟਿਵ, ਇੱਕੋ ਹੀ ਪੋਜ਼ਿਟਿਵ ਹੈਗੀ ਆ ਕਿਉਂਕਿ ਪ੍ਰੋਗਰੈਸਿਵ ਕਲਾਸਰੂਮ ਦੇ ਵਿੱਚ ਬੱਚਾ ਆਪ ਕਰਕੇ ਸਿੱਖਦਾ ਆ। ਸੋ ਇਹਦੇ ਵਿੱਚ ਆਪਾਂ ਕੋਈ ਪੋਜ਼ਿਟਿਵ ਜਵਾਬ ਲੱਭਣਾ ਆ। ਜਦੋਂ ਆਪਾਂ ਪ੍ਰੋਗਰੈਸਿਵ ਕਲਾਸਰੂਮ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਬੱਚਾ ਆਪ ਕੀ ਕਰੇਗਾ ਜੀ, ਆਪਣੀ ਨੌਲੇਜ ਆਪ ਕ੍ਰੀਏਟ ਕਰੇਗਾ, ਰਿਸਰਚ ਕਰੇਗਾ,
ਪਰ ਆਪਸ਼ਨ ਨੰਬਰ ਬੀ ਵਿੱਚ ਬੰਦਿਸ਼ ਤਾਂ ਨਹੀਂ ਹੈਗੀ, ਇਹਦੇ ਵਿੱਚ ਬੱਚਾ ਫ੍ਰੀ ਹੈ, ਬੀ ਕੱਟ ਦਾਂਗੇ। ਡਿਸਕਰੇਜਸ ਇਨਕਲੂਜਨ, ਇਹ ਵੀ ਨੈਗੇਟਿਵ ਰਿਸਪੌਂਸ ਹੀ ਹੈਗਾ ਆ। ਇਨਕਰੇਜਸ ਰੈਪੀਟੀਸ਼ਨ, ਦੁਹਰਾਈ ਦੇ ਉਤਸ਼ਾਹਿਤ ਨਹੀਂ ਕਰਦਾ, ਸੋ ਆਪਸ਼ਨ ਨੰਬਰ ਡੀ ਵੀ ਗਲਤ। ਬਟ ਇਹ ਜਵਾਬ ਤੁਹਾਡਾ ਸਹੀ ਹੋਊਗਾ ਕਿ ਪ੍ਰਮੋਟਸ ਡਿਸਕਵਰੀ, ਖੋਜ ਨੂੰ ਪ੍ਰੋਤਸਾਹਨ ਦਿੰਦਾ ਹੈ। ਸੋ ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦੇਣਾ ਹੈ ਟਿਕ। ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਥੋੜਾ ਜਿਹਾ ਵੱਡਾ ਹੋ ਸਕਦਾ ਆ, ਬਟ ਚਲੋ ਆਪਾਂ ਇਹਨੂੰ ਰੀਡ ਜ਼ਰੂਰ ਕਰਾਂਗੇ। 5 ਸਾਲਾਂ ਦਾ ਬੱਚਾ ਆ। A 5-year-old boy talks to himself while trying to fold a t-shirt. Which of the following statement is correct in the context of behavior displayed by the boy? ਇੱਕ 5 ਸਾਲ ਦਾ ਬੱਚਾ ਟੀ-ਸ਼ਰਟ ਤੈਅ ਕਰ ਰਿਹਾ, ਕੋਸ਼ਿਸ਼ ਦੌਰਾਨ ਆਪਣੇ ਆਪ ਨਾਲ ਗੱਲ ਕਰਦਾ ਆ। ਲੜਕੇ ਦੁਆਰਾ ਦਿਖਾਏ ਗਏ ਵਿਵਹਾਰ ਦੇ ਸੰਦਰਭ ਵਿੱਚ ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ਜੀਨ ਪਿਆਜੀ ਐਂਡ ਲੈਵ ਵੈਗੋਡਸਕੀ ਵੁੱਡ ਐਕਸਪਲੇਨ ਦਿਸ ਐਨ ਈਗੋਸੈਂਟਰਿਕ ਨੇਚਰ ਆਫ ਚਾਈਲਡ ਥਾਟਸ। ਜੀਨ ਪਿਆਜੀ ਅਤੇ ਲੈਵ ਵੈਗੋਡਸਕੀ ਇਸ ਬੱਚੇ ਦੇ ਵਿਚਾਰਾਂ ਦੇ ਆਪ ਕੇਂਦਰਿਤ ਈਗੋਸੈਂਟਰਿਕ ਸੁਭਾਅ ਤੇ ਤੌਰ ਤੇ ਵਰਣਨ ਕਰਨਗੇ। ਜਾਂ ਫਿਰ ਆਪਸ਼ਨ ਨੰਬਰ ਬੀ ਜੀਨ ਪਿਆਜੇ ਵੁੱਡ ਐਕਸਪਲੇਨ ਦਿਸ ਐਜ਼ ਈਗੋਸੈਂਟਰਿਕ ਸਪੀਚ while Lev Vygotsky would explain this as a child attempt to regulate his action through private speech. ਜੀਨ ਪਿਆਜੇ ਇਸ ਦਾ ਸਵੈ ਕੇਂਦਰਿਤ ਗੱਲ ਦੇ ਤੌਰ ਤੇ ਵਰਣਨ ਕਰੇਗਾ, ਜਦਕਿ ਲੈਵ ਵਾਈਗੋਟਸਕੀ ਇਸ ਦਾ ਬੱਚੇ ਨੂੰ ਨਿੱਜੀ ਗੱਲ ਰਾਹੀਂ ਉਸ ਦੇ ਕੰਮ ਨੂੰ ਨਿਯੋਜਿਤ ਕਰਨ ਦੇ ਤੌਰ ਤੇ ਵਰਣਨ ਕਰੇਗਾ। ਜਾਂ ਫਿਰ ਆਪਸ਼ਨ ਨੰਬਰ ਸੀ ਜੀਨ ਪਿਆਜੇ would explain this as a social interaction while Lev Vygotsky would explain this as a exploration. ਜੀਨ ਪਿਆਜੇ ਇਸ ਦਾ ਸਮਾਜਿਕ ਪਰਸਪਰ ਪ੍ਰਭਾਵ ਦੇ ਤੌਰ ਤੇ ਵਰਣਨ ਕਰੇਗਾ, ਜਦਕਿ ਲੈਵ ਵਾਈਗੋਟਸਕੀ ਇਸ ਦੀ ਖੋਜ ਪੜਤਾਲ ਦੇ ਤੌਰ ਤੇ ਵਰਣਨ ਕਰੇਗਾ। ਜਾਂ ਫਿਰ ਆਪਸ਼ਨ ਨੰਬਰ ਡੀ ਜੀਨ ਪਿਆਜੀ ਐਂਡ ਲੈਵ ਵਾਈਗੋਟਸਕੀ would explain this as the child attempt to imitate his father. ਜੀਨ ਪਿਆਜੇ ਅਤੇ ਲੈਵ ਵਾਈਗੋਟਸਕੀ ਇਸ ਨੂੰ ਬੱਚੇ ਦੁਆਰਾ ਉਸ ਦੇ ਪਿਤਾ ਦੀ ਨਕਲ ਕਰਨ ਦੀ ਕੋਸ਼ਿਸ਼ ਦੇ ਤੌਰ ਤੇ ਵਰਣਨ ਕਰਨਗੇ। ਸਹੀ ਜਵਾਬ ਦੀ ਜੇਕਰ ਗੱਲ ਕਰਦੇ ਹਾਂ, ਇੱਥੇ ਇੱਕ ਬੱਚਾ ਆ 5 ਸਾਲ ਦਾ ਆਪਦੀ ਟੀ-ਸ਼ਰਟ ਨੂੰ ਫੋਲਡ ਕਰ ਰਿਹਾ ਤੇ ਫੋਲਡ ਕਰਦਾ ਕਰਦਾ ਆਪਣੇ ਬਿਹੇਵੀਅਰ ਨੂੰ ਜਾਂ ਫਿਰ ਆਪਣੇ ਆਪ ਨਾਲ ਗੱਲਾਂ ਵੀ ਕਰੀ ਜਾਂਦਾ ਆ। ਸੋ ਇਸ ਅਕੋਰਡਿੰਗ ਜਿਹੜਾ ਆਪਸ਼ਨ ਨੰਬਰ ਬੀ ਹੈ ਜੀ ਇਹ ਜਵਾਬ ਤੁਹਾਡਾ ਸਹੀ ਹੋਊਗਾ। ਕਿਵੇਂ ਹੋਊਗਾ ਇਹਦੇ ਬਾਰੇ ਗੱਲ ਕਰ ਲੈਂਦੇ ਹਾਂ ਕਿ ਜਿਹੜੇ ਜੀਨ ਪਿਆਜੇ ਨੇ, ਜੀਨ ਪਿਆਜੇ ਕਹਿੰਦੇ ਆ ਜਦੋਂ ਬੱਚਾ ਇਸ ਤਰ੍ਹਾਂ ਗੱਲ ਕਰਦਾ ਆ ਤਾਂ ਇਹਨੂੰ ਈਗੋਸੈਂਟਰਿਕ ਸਪੀਚ ਕਿਹਾ ਜਾਂਦਾ, ਤੇ ਲੈਵ ਵਾਈਗੋਟਸਕੀ ਅਕੋਰਡਿੰਗ ਇਸ ਸਪੀਚ ਨੂੰ ਕਿਹਾ ਜਾਂਦਾ ਆ ਜੀ ਪ੍ਰਾਈਵੇਟ ਸਪੀਚ। ਵੈਸੇ ਇਸ ਦੀ ਥਿਊਰੀ ਤੇ ਵੀ ਮੈਂ ਜਿਹੜੀ ਇੱਕ ਮੈਰਾਥਨ ਵੀਡੀਓ ਬਣਾਈ ਹੋਈ ਆ ਨਾ, ਮੈਰਾਥਨ ਵੀਡੀਓ ਦੇ ਵਿੱਚ ਵੀ ਇਹ ਦੋ ਜਿਹੜੇ ਟੌਪਿਕ ਨੇ ਜੀ ਕੰਪਲੀਟ ਕੀਤੇ ਹੋਏ ਆ। ਬਾਕੀ ਇਹਨਾਂ ਨੇ ਕੁਝ ਸਪੀਚਸ ਦੀ ਗੱਲ ਕੀਤੀ ਸੀਗੀ ਜਿਹਦੇ ਵਿੱਚ ਇਹਨਾਂ ਨੇ ਪਬਲਿਕ ਸਪੀਚ, ਪ੍ਰਾਈਵੇਟ ਸਪੀਚ, ਇਸ ਤਰ੍ਹਾਂ ਦੀਆਂ ਸਪੀਚਾਂ ਦੀ ਇਹਨਾਂ ਨੇ ਗੱਲ ਕੀਤੀ ਸੀਗੀ। ਇਸ ਤਰ੍ਹਾਂ ਜੀਨ ਪਿਆਜੇ ਨੇ ਵੀ ਗੱਲ ਕੀਤੀ ਹੈ, ਲੈਵ ਵਾਈਗੋਟਸਕੀ ਨੇ ਵੀ ਗੱਲ ਕੀਤੀ ਹੈ। ਸੋ ਇਸ ਅਕੋਰਡਿੰਗ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਗੱਲ ਕੀਤੀ ਜਾ ਰਹੀ ਹੈ ਐਟ ਲੋਅਰ ਕਲਾਸਿਸ ਪਲੇਵੇ ਮੈਥਡ ਆਫ ਟੀਚਿੰਗ ਬੇਸਡ ਔਨ। ਤੁਹਾਨੂੰ ਕੀ ਲੱਗਦਾ ਆ ਹੇਠਲੀਆਂ ਜਮਾਤਾਂ ਵਿੱਚ ਅਧਿਆਪਨ ਦੇ ਪਲੇਵੇ ਢੰਗ ਆਧਾਰਿਤ ਹਨ? ਥਿਊਰੀ ਆਫ ਫਿਜ਼ੀਕਲ ਐਜੂਕੇਸ਼ਨ ਪ੍ਰੋਗਰਾਮ, ਸਰੀਰਕ ਸਿੱਖਿਆ ਪ੍ਰੋਗਰਾਮਾਂ ਦੇ ਸਿਧਾਂਤ ਤੇ, ਪ੍ਰਿੰਸੀਪਲ ਆਫ ਮੈਥਡ ਆਫ ਟੀਚਿੰਗ, ਅਧਿਆਪਨ ਦੀਆਂ ਵਿਧੀਆਂ ਦੇ ਸਿਧਾਂਤ ਤੇ, ਸਾਈਕੋਲੋਜੀਕਲ ਪ੍ਰਿੰਸੀਪਲ ਆਫ ਡਿਵੈਲਪਮੈਂਟ ਐਂਡ ਗਰੋਥ, ਵਿਕਾਸ ਅਤੇ ਤਰੱਕੀ ਦੇ ਮਨੋਵਿਗਿਆਨਕ ਸਿਧਾਂਤ ਤੇ, ਜਾਂ ਫਿਰ ਸੋਸ਼ੀਓਲੋਜੀਕਲ ਪ੍ਰਿੰਸੀਪਲ ਆਫ ਟੀਚਿੰਗ, ਅਧਿਆਪਨ ਦੇ ਸਮਾਜਿਕ ਸਿਧਾਂਤ ਤੇ। ਸੋ ਗੱਲ ਕਰਦੇ ਹਾਂ ਲੋਅਰ ਕਲਾਸਿਸ ਦੀ ਪਲੇਵੇ ਮੈਥਡ ਆਫ ਟੀਚਿੰਗ ਜਿਹੜਾ ਹੈਗਾ ਆ ਉਹ ਕਾਹਦੇ ਤੇ ਬੇਸਡ ਹੈਗਾ ਆ। ਸੋ ਇਹਦੀ ਗੱਲ ਆਪਾਂ ਕਰਦੇ ਹੈਗੇ ਆ। ਇਹ ਜਿਹੜੀ ਚੀਜ਼ ਹੈਗੀ ਆ ਇਹ ਹੈਗੀ ਆ ਜੀ ਵਿਕਾਸ ਅਤੇ ਤਰੱਕੀ ਦੇ ਮਨੋਵਿਗਿਆਨਕ ਸਿਧਾਂਤ ਤੇ ਇਹ ਸਾਰੀ ਚੀਜ਼ ਜਿਹੜੀ ਹੈਗੀ ਆ ਜੀ ਬੇਸਡ ਹੈਗੀ ਆ। ਸਾਈਕੋਲੋਜੀਕਲ ਪ੍ਰਿੰਸੀਪਲ ਆਫ ਡਿਵੈਲਪਮੈਂਟ ਐਂਡ ਗਰੋਥ। ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ, ਇਹੀ ਤੁਹਾਡਾ ਸਹੀ ਜਵਾਬ ਹੈਗਾ ਜੀ। ਸਾਈਕੋਲੋਜੀਕਲ ਪ੍ਰਿੰਸੀਪਲ ਆਫ ਡਿਵੈਲਪਮੈਂਟ ਐਂਡ ਗਰੋਥ, ਵਿਕਾਸ ਅਤੇ ਤਰੱਕੀ ਦੇ ਮਨੋਵਿਗਿਆਨਕ ਸਿਧਾਂਤ ਦੇ ਉੱਤੇ ਹੀ ਜਿਹੜਾ ਤੁਹਾਨੂੰ ਲੋਅਰ ਕਲਾਸਿਸ ਦੇ ਵਿੱਚ ਪਲੇਵੇ ਮੈਥਡ ਤੁਹਾਨੂੰ ਵੇਖਣ ਨੂੰ ਮਿਲਦਾ ਆ ਟੀਚਿੰਗ ਦਾ, ਉਹ ਇਹਦੇ ਤੇ ਹੀ ਬੇਸਡ ਹੁੰਦਾ ਆ। ਸੋ ਅੱਗੇ ਵੇਖਦੇ ਹਾਂ ਇੱਕ ਚੌਥੀ ਜਮਾਤ ਦਾ ਬੱਚਾ ਆ ਜਿਹਨੂੰ ਵਿਖਦਾ ਘੱਟ ਹੈ ਨਾ, ਮਤਲਬ ਇਹੀ ਗੱਲ ਕੀਤੀ ਜਾ ਰਹੀ ਹੈ। ਅ ਬॉय ਆਫ 4th ਸਟੈਂਡਰਡ 4th ਗ੍ਰੇਡ ਵਿਦ ਵਿਜ਼ੂਅਲ ਡੈਫੀਸ਼ੈਂਸੀ ਸ਼ੁੱਡ, ਉਹਨੂੰ ਕੀ ਕਰਨਾ ਚਾਹੀਦਾ ਆ? ਜਾਂ ਫਿਰ ਕਿ ਵੀ ਦ੍ਰਿਸ਼ਟੀ ਘਾਟ ਵਾਲੇ ਚੌਥੀ ਜਮਾਤ ਦੇ ਇੱਕ ਲੜਕੇ ਨੂੰ ਐਕਸਕਲੂਡਡ ਮਤਲਬ ਕੱਢ ਦੇਣਾ ਚਾਹੀਦਾ ਆ ਟੂ ਡੂ ਲੋਅਰ ਲੈਵਲ ਆਫ ਵਰਕ, ਕਿ ਕੰਮ ਦਾ ਹੇਠਲਾ ਪੱਧਰ ਕਰਨ ਲਈ ਕੱਢ ਦੇਣਾ ਚਾਹੀਦਾ ਹੈ ਵੀ ਆਪਾਂ ਛੋਟਾ ਜਿਹਾ ਕੋਈ ਕੰਮ ਦੇ ਦਈਏ। ਜਾਂ ਫਿਰ ਆਪਸ਼ਨ ਨੰਬਰ ਬੀ ਹੈਲਪਡ ਵਿਦ ਹਿਜ਼ ਰੂਟੀਨ ਵਰਕ ਬਾਈ ਪੇਰੈਂਟਸ ਐਂਡ ਫਰੈਂਡਸ, ਕਿ ਉਸਦੇ ਨਿਯਮਿਤ ਕੰਮਾਂ ਵਿੱਚ ਮਾਤਾ ਪਿਤਾ ਅਤੇ ਦੋਸਤਾਂ ਦੁਆਰਾ ਮਦਦ ਦੇਣੀ ਚਾਹੀਦੀ ਹੈ। ਜਾਂ ਫਿਰ ਆਪਸ਼ਨ ਨੰਬਰ ਸੀ ਟ੍ਰੀਟਡ ਨਾਰਮਲੀ ਇਨ ਦਾ ਕਲਾਸਰੂਮ ਐਂਡ ਪ੍ਰੋਵਾਈਡ ਸਪੋਰਟ ਥਰੂ ਆਡੀਓ CD, ਕਿ ਜਮਾਤ ਵਿੱਚ ਜਿਹੜਾ ਸਧਾਰਨ ਢੰਗ ਨਾਲ ਇਹਦੇ ਨਾਲ ਵਤੀਰਾ ਕਰਨਾ ਚਾਹੀਦਾ ਹੈਗਾ ਆ ਤੇ ਆਡੀਓ CD ਰਾਹੀਂ ਸਹਿਯੋਗ ਦਿੱਤਾ ਜਾਣਾ ਚਾਹੀਦਾ ਆ। ਜਾਂ ਫਿਰ ਆਪਸ਼ਨ ਨੰਬਰ ਡੀ ਗਿਵਜ਼ ਸਪੈਸ਼ਲ ਟ੍ਰੀਟਮੈਂਟ ਇਨ ਦਾ ਕਲਾਸਰੂਮ, ਜਮਾਤ ਵਿੱਚ ਵਿਸ਼ੇਸ਼ ਵਿਵਹਾਰ ਹੋਣਾ ਚਾਹੀਦਾ ਹੈ। ਸੋ ਗੱਲ ਕਰਦੇ ਹਾਂ ਆਪਸ਼ਨ ਨੰਬਰ ਕਿਹੜਾ ਜਵਾਬ ਸਹੀ ਹੋਊਗਾ? ਚੌਥੀ ਜਮਾਤ ਦਾ ਬੱਚਾ ਆ ਵਿਖਦਾ ਉਹਨੂੰ ਥੋੜਾ ਘੱਟ ਹੈਗਾ, ਤੇ ਤੁਹਾਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ? ਆਪਾਂ ਨੂੰ ਉਹਨੂੰ ਕੋਈ ਹਮਦਰਦੀ ਨਹੀਂ ਦੇਣੀ ਚਾਹੀਦੀ, ਆਪਾਂ ਨੂੰ ਚਾਹੀਦਾ ਆ ਕਿ ਆਪਾਂ ਉਹਨੂੰ ਅਹਿਸਾਸ ਕਰਾਈਏ ਕਿ ਚੱਲ ਤੂੰ ਵੀ ਆਪਣੇ ਵਰਗਾ ਆ। ਸੋ ਇਸ ਲਈ ਨਾ ਉਹਨੂੰ ਨਾਰਮਲੀ ਹੀ ਟਰੀਟ ਕਰਨਾ ਚਾਹੀਦਾ ਆ ਆਪਸ਼ਨ ਸੀ ਦੇ ਅਕੋਰਡਿੰਗ।
ਤੇ ਆਪਾਂ ਨੂੰ ਆਡੀਓ CD ਇਹੋ ਜਿਹੀਆਂ ਚੀਜ਼ਾਂ ਉਹਨੂੰ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਉਹ ਆਪਣੀ ਸਟੱਡੀ ਵਿੱਚ ਵਧੀਆ ਕਰੇ। ਸੋ ਆਪਸ਼ਨ ਨੰਬਰ ਜਿਹੜਾ ਸੀ ਜਵਾਬ ਹੈਗਾ ਜੀ ਇਹੀ ਤੁਹਾਡਾ ਸਹੀ ਹੋਊਗਾ। ਅੱਗੇ ਵੇਖ ਲੈਂਦੇ ਹਾਂ ਅਗਲੇ ਪ੍ਰਸ਼ਨਾਂ ਨੂੰ। ਅਗਲਾ ਜਿਹੜਾ ਪ੍ਰਸ਼ਨ ਹੈਗਾ ਇਨਸਾਈਡ ਥਿਊਰੀ ਦਾ ਹੈਗਾ। ਵੈਸੇ ਇਸ ਥਿਊਰੀ 'ਤੇ ਵੀ ਮੈਂ ਵੀਡੀਓ ਬਣਾਈ ਹੋਈ ਆ, ਮੈਰਾਥਨ ਕਲਾਸ ਦੇ ਵਿੱਚ ਇਨਕਲੂਡ ਕੀਤੀ ਹੋਈ ਆ। ਸਰਚ ਕਰ ਲਿਓ ਇਨਸਾਈਡ ਥਿਊਰੀ ਆਫ ਲਰਨਿੰਗ ਬਾਈ ਡੋਰਸਟੈਪ ਐਜੂਕੇਸ਼ਨ ਪੁਆਇੰਟ, ਤੁਹਾਨੂੰ ਥਿਊਰੀ ਮਿਲ ਜਾਣੀ ਆ। ਇਨਸਾਈਡ ਜਿਹੜੀ ਥਿਊਰੀ ਹੈਗੀ ਆ ਇਹ ਫਰਸਟ ਪ੍ਰਪੋਜ਼ਡ ਬਾਈ, ਸਿੱਖਿਆ ਦੇ ਇਨਸਾਈਡ ਸਿਧਾਂਤ ਦਾ ਸਭ ਤੋਂ ਪਹਿਲਾਂ ਪ੍ਰਤੀਪਾਦਨ ਕੀਤਾ ਗਿਆ ਸੀਗਾ ਵੁਲਫਗੈਂਗ ਕੋਲਰ, BF ਸਕਿਨਰ, ਜਰਮ ਬਰੂਨਰ, ਜੀਨ ਪਿਆਜੇ। ਐਂਡ ਇਹਨਾਂ ਨੇ ਜਿਹੜਾ ਐਕਸਪੈਰੀਮੈਂਟ ਕੀਤਾ ਸੀਗਾ ਜੀ ਉਹ ਕੀਤਾ ਸੀਗਾ ਜੀ ਚਿੰਪੈਂਜੀ ਦੇ, ਕਿ ਜਦੋਂ ਆਪਾਂ ਮੁਸ਼ਕਲਾਂ ਵਿੱਚ ਫਸੇ ਹੁੰਦੇ ਆ ਤੇ ਅਚਾਨਕ ਹੀ ਆਪਣੇ ਦਿਮਾਗ ਵਿੱਚ ਕੋਈ ਚੀਜ਼ ਆ ਜਾਂਦੀ ਆ, ਸੋਲੂਸ਼ਨ ਮਿਲ ਜਾਂਦਾ ਆ, ਉਹਨੂੰ ਤੁਸੀਂ ਇਨਸਾਈਡ ਥਿਊਰੀ ਕਹਿੰਦੇ ਹੋ। ਐਂਡ ਇਹ ਥਿਊਰੀ ਦਿੱਤੀ ਗਈ ਸੀਗੀ ਜੀ ਵੁਲਫਗੈਂਗ ਕੋਲਰ ਦੁਆਰਾ। ਸੋ ਆਪਸ਼ਨ ਨੰਬਰ A ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਤੇ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਡਿਵੈਲਪਮੈਂਟ ਜਿਹੜਾ ਹੈਗਾ ਆ ਇਜ਼ ਨੈਵਰ ਐਂਡਿੰਗ ਪ੍ਰੋਸੈਸ, ਦਿਸ ਆਈਡੀਆ ਇਜ਼ ਐਸੋਸੀਏਟਡ ਵਿਦ, ਵਿਕਾਸ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈਗੀ ਆ। ਇਹ ਵਿਚਾਰ ਸੰਬੰਧਿਤ ਕਾਹਦੇ ਨਾਲ ਹੈ? ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨ, ਪਰਸਪਰ ਸੰਬੰਧ ਦੇ ਸਿਧਾਂਤ ਨਾਲ। ਪ੍ਰਿੰਸੀਪਲ ਆਫ ਕੰਟੀਨਿਊਟੀ, ਨਿਰੰਤਰਤਾ ਦੇ ਸਿਧਾਂਤ ਦੇ ਨਾਲ। ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ, ਏਕੀਕਰਨ ਦੇ ਸਿਧਾਂਤ ਨਾਲ। ਜਾਂ ਫਿਰ ਆਪਸ਼ਨ ਨੰਬਰ D ਪ੍ਰਿੰਸੀਪਲ ਆਫ ਇੰਟਰੈਕਸ਼ਨ, ਪਰਸਪਰ ਪ੍ਰਭਾਵ ਦੇ ਸਿਧਾਂਤ ਨਾਲ। ਸਹੀ ਜਵਾਬ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਸਹੀ ਜਵਾਬ ਹੋਊਗਾ ਉਹ ਹੈਗਾ ਜੀ ਪ੍ਰਿੰਸੀਪਲ ਆਫ ਕੰਟੀਨਿਊਟੀ। ਮਤਲਬ ਕਿ ਇਹ ਵੌਰਮ ਟੂ ਟੌਮ ਪ੍ਰਕਿਰਿਆ ਚੱਲਦੀ ਰਹਿੰਦੀ ਹੈ, ਕਦੇ ਰੁਕਦੀ ਨਹੀਂ। ਮਤਲਬ ਕਦੇ ਰੁਕਦੀ ਨਹੀਂ ਤੇ ਇਹ ਨੈਵਰ ਐਂਡਿੰਗ ਪ੍ਰੋਸੈਸ ਹੈਗਾ ਆ। ਮਤਲਬ ਇੱਕ ਵਾਰ ਤੁਹਾਡਾ ਜਨਮ ਹੋ ਗਿਆ, ਜਦੋਂ ਤੱਕ ਤੁਸੀਂ ਨਹੀਂ ਮਰਦੇ ਉਦੋਂ ਤੱਕ ਜਿਹੜਾ ਡਿਵੈਲਪਮੈਂਟ ਹੈਗਾ ਜੀ ਉਹ ਹੁੰਦਾ ਰਹਿਣਾ ਆ। ਸੋ ਇਸ ਅਕੋਰਡਿੰਗ ਆਪਸ਼ਨ ਨੰਬਰ ਜਿਹੜਾ B ਜਵਾਬ ਹੈਗਾ ਨਾ ਇਹ ਤੁਹਾਡਾ ਬਿਲਕੁਲ ਸਹੀ ਜਵਾਬ ਹੈ। ਸੋ ਆਪਸ਼ਨ ਨੰਬਰ B ਜਵਾਬ ਤੇ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਵਿਚ ਆਫ ਦਾ ਫੋਲੋਇੰਗ ਵਿਲ ਫੋਸਟਰ ਕ੍ਰੀਏਟਿਵਿਟੀ ਅਮੰਗ ਲਰਨਰਸ, ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਸਿਖਿਆਰਥੀ ਵਿੱਚ ਰਚਨਾਤਮਕਤਾ ਨੂੰ ਵਧਾਏਗਾ? ਸੋ ਵਿਚ ਆਫ ਦਾ ਫੋਲੋਇੰਗ ਵਿਲ ਫੋਸਟਰ ਕ੍ਰੀਏਟਿਵਿਟੀ ਅਮੰਗ ਲਰਨਰਸ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਿਖਿਆਰਥੀ ਵਿੱਚ ਰਚਨਾਤਮਕਤਾ ਕ੍ਰੀਏਟਿਵਿਟੀ ਨੂੰ ਵਧਾਏਗਾ ਜੀ? ਟੀਚਿੰਗ ਦਾ ਸਟੂਡੈਂਟ ਦ ਪ੍ਰੈਕਟੀਕਲ ਵੈਲਿਊ ਆਫ ਗੁੱਡ ਐਜੂਕੇਸ਼ਨ, ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੀ ਪ੍ਰਯੋਗੀ ਮੁੱਲ ਪੜਾਉਣਾ। ਜਾਂ ਫਿਰ ਆਪਸ਼ਨ ਨੰਬਰ B ਪ੍ਰੋਵਾਈਡਿੰਗ ਓਪਰਚੁਨਿਟੀਜ਼ ਟੂ ਕੁਐਸਚਨ ਐਂਡ ਨਰਚਰ ਦਾ ਆਈਨੇਟ ਟੈਲੈਂਟਸ ਆਫ ਐਵਰੀ ਲਰਨਰਸ, ਹਰੇਕ ਸਿਖਿਆਰਥੀ ਨੂੰ ਪ੍ਰਸ਼ਨ ਪੁੱਛਣ ਅਤੇ ਅੰਦਰੂਨੀ ਪ੍ਰਤਿਭਾ ਵਿੱਚ ਨਿਖਾਰ ਦੇ ਅਵਸਰ ਪ੍ਰਦਾਨ ਕਰਨਾ। ਜਾਂ ਫਿਰ ਆਪਸ਼ਨ ਨੰਬਰ C ਐਮਫੇਸਾਈਜ਼ਿੰਗ ਅਚੀਵਮੈਂਟ ਗੋਲਸ ਫਰੋਮ ਦ ਬਿਗਿਨਿੰਗ ਆਫ ਸਕੂਲ ਲਾਈਫ, ਸਕੂਲ ਜੀਵਨ ਦੇ ਆਰੰਭ ਤੋਂ ਹੀ ਪ੍ਰਾਪਤੀ ਉਦੇਸ਼ਾਂ ਤੇ ਜ਼ੋਰ ਦੇਣਾ। ਜਾਂ ਫਿਰ ਆਪਸ਼ਨ ਨੰਬਰ D ਕੋਚਿੰਗ ਸਟੂਡੈਂਟ ਫॉर ਗੁੱਡ ਮਾਰਕਸ ਇਨ ਦ ਐਗਜ਼ਾਮੀਨੇਸ਼ਨ, ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਚੰਗੇ ਅੰਕਾਂ ਲਈ ਕੋਚਿੰਗ ਦੇਣਾ। ਸੋ ਆਪਸ਼ਨ ਨੰਬਰ D ਜਵਾਬ ਤਾਂ ਗਲਤ ਹੋਊਗਾ। ਕਿਉਂ ਹੋਊਗਾ? ਕਿਉਂਕਿ ਇਹਨਾਂ ਨੇ ਸਿਰਫ ਤੇ ਸਿਰਫ ਗੁੱਡ ਮਾਰਕਸ ਦੀ ਗੱਲ ਕੀਤੀ ਹੈ। ਆਪਸ਼ਨ ਨੰਬਰ C ਦੇ ਵਿੱਚ ਇਹਨਾਂ ਨੇ ਸਿਰਫ ਅਚੀਵਮੈਂਟਸ ਗੋਲ ਲੈਣ ਦੀ ਗੱਲ ਕੀਤੀ ਹੈਗੀ ਆ, ਇਹ ਵੀ ਗਲਤ ਹੋ ਗਿਆ। ਆਪਸ਼ਨ ਨੰਬਰ A ਦੇ ਵਿੱਚ ਕਹਿੰਦੇ ਕਿ ਸਿਰਫ ਟੀਚਿੰਗ ਦਾ ਸਟੂਡੈਂਟ ਦਾ ਪ੍ਰੈਕਟੀਕਲ ਵੈਲਿਊ ਆਫ ਗੁੱਡ ਐਜੂਕੇਸ਼ਨ, ਇਹ ਵੀ ਕੁਝ ਹੱਦ ਤੱਕ ਸਹੀ ਵੀ ਹੋ ਸਕਦਾ ਬਟ ਇਹ ਗਲਤ ਹੋਊਗਾ ਕਿਉਂਕਿ ਆਪਸ਼ਨ ਨੰਬਰ B ਇਹਦੇ ਨਾਲੋਂ ਬੈਸਟ ਜਵਾਬ ਪਿਆ। ਪ੍ਰੋਵਾਈਡਿੰਗ ਓਪਰਚੁਨਿਟੀਜ਼ ਟੂ ਕੁਐਸਚਨ ਐਂਡ ਨਰਚਰ ਦਾ ਆਈਨੇਟ ਟੈਲੈਂਟਸ ਆਫ ਐਵਰੀ ਲਰਨਰ, ਹਰੇਕ ਸਿਖਿਆਰਥੀ ਨੂੰ ਪ੍ਰਸ਼ਨ ਪੁੱਛਣ ਲਈ ਕਿ ਵੀ ਕੁਐਸਚਨਿੰਗ ਕਰੇ ਬੱਚਾ। ਕੁਐਸਚਨਿੰਗ ਫੇਰ ਹੀ ਕਰੂਗਾ ਜੇਕਰ ਆਪਦੀ ਤਰਕਸ਼ੀਲਤਾ ਜਿਹੜੀ ਹੈਗੀ ਆ ਉਹ ਥਿੰਕਿੰਗ ਨੂੰ ਡਿਵੈਲਪ ਕਰੇਗਾ ਅਤੇ ਅੰਦਰੂਨੀ ਪ੍ਰਤਿਭਾ ਵਿੱਚ ਨਿਖਾਰ ਦੇ ਅਵਸਰ ਪ੍ਰਦਾਨ ਕਰਨਾ। ਸੋ ਆਪਸ਼ਨ ਨੰਬਰ B ਜਵਾਬ ਜਿਹੜਾ ਹੈਗਾ ਜੀ ਉਹ ਤੁਹਾਡਾ ਸਹੀ ਹੈ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਵਿਚ ਆਫ ਦਾ ਫੋਲੋਇੰਗ ਇਜ਼ ਅ ਕਰੈਕਟਰਿਸਟਿਕਸ ਆਫ ਅ ਗਿਫਟਡ ਲਰਨਰ, ਤੁਹਾਨੂੰ ਕੀ ਲੱਗਦਾ ਆ ਗਿਫਟਡ ਲਰਨਰ ਦਾ ਕਿਹੜਾ ਇੱਕ ਕਰੈਕਟਰਿਸਟਿਕਸ ਹੋ ਸਕਦਾ ਆ? ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਗੁਣਵਾਨ ਸਿਖਿਆਰਥੀ ਦੀ ਇੱਕ ਵਿਸ਼ੇਸ਼ਤਾ ਹੈਗੀ ਆ? ਹੀ ਗੈਟਸ ਫੀਲ ਅਗਰੈਸਿਵ ਐਂਡ ਫਰਸਟ੍ਰੇਟਡ, ਉਹ ਆਕਰਮਣਸ਼ੀਲ ਅਤੇ ਖਿੜਿਆ ਮਹਿਸੂਸ ਕਰਦਾ ਹੈ। ਆਪਸ਼ਨ ਨੰਬਰ B he can feel understimulated and bored if the class activities are not ਚੈਲੰਜਿੰਗ ਇਨਫ, ਜੇਕਰ ਜਮਾਤ ਕਿਰਿਆਵਾਂ ਚੁਣੌਤੀਪੂਰਨ ਨਹੀਂ ਹਨ ਤਾਂ ਉਹ ਘੱਟ ਉਤਸ਼ਾਹਿਤ ਅਤੇ ਬੋਰ ਮਹਿਸੂਸ ਕਰਦਾ ਹੈ। ਜਾਂ ਫਿਰ ਆਪਸ਼ਨ ਨੰਬਰ C he is highly temperamental, ਉਹ ਬਹੁਤ ਅਧਿਕ ਮਿਜ਼ਾਜੀ ਹੈ। ਜਾਂ ਫਿਰ he engages in ritualistic behavior like hand flapping and rocking etc, ਉਹ ਹੱਥ ਲਹਿਰਾਉਣ, ਝੂਲਣ ਅਤੇ ਵਿਵਹਾਰ ਵਿੱਚ ਲੱਗਿਆ ਹੋਇਆ ਹੈ। ਜੇਕਰ ਆਪਾਂ ਗਿਫਟਡ ਲਰਨਰ ਦੀ ਗੱਲ ਕਰਦੇ ਹਾਂ, ਮੈਂ ਸਹੀ ਜਵਾਬ ਦੀ ਹੀ ਗੱਲ ਕਰੂੰਗਾ। ਗਲਤ ਕਿਹੜੇ ਆਪਸ਼ਨ ਹੈਗੇ ਨੇ ਜੀ ਤੁਸੀਂ ਵੀਡੀਓ ਪੌਜ਼ ਕੇ ਐਲੀਮੀਨੇਟ ਕਰ ਲਿਓ ਪਹਿਲਾਂ, ਫਿਰ ਆਪਾਂ ਸਹੀ ਜਵਾਬ ਦੀ ਗੱਲ ਕਰਦੇ ਹਾਂ। ਜੇਕਰ ਗਿਫਟਡ ਲਰਨਰ ਦੀ ਗੱਲ ਕਰੀਏ ਤਾਂ ਜੇਕਰ ਉਹਨੂੰ ਸਟੀਮੂਲੇਸ਼ਨ ਪ੍ਰੋਪਰ ਨਹੀਂ ਮਿਲ ਰਹੀ ਤਾਂ ਉਹ ਬੱਚਾ ਕਲਾਸ ਵਿੱਚ ਬੋਰ ਫੀਲ ਕਰੇਗਾ। ਜੇਕਰ ਤੁਸੀਂ ਟੈਕਸਟ ਬੁੱਕ ਕਰਾ ਰਹੇ ਹੋ, ਮੈਥ ਕਰਾ ਰਹੇ ਹੋ, ਅੰਗਰੇਜ਼ੀ ਕਰਾ ਰਹੇ ਹੋ, ਸਾਰਾ ਕੁਝ ਨੇ ਮਿੰਟੋ ਮਿੰਟ ਸੋਲਵ ਕਰਤਾ ਅਤੇ ਤੁਸੀਂ ਉਹਨੂੰ ਕੋਈ ਹੋਰ ਔਖਾ ਕੰਮ ਦਿਓਗੇ ਨਾ ਤੇ ਬੱਚਾ ਬੋਰ ਹੀ ਹੋਊਗਾ। ਉਹ ਕਹੂਗਾ ਯਾਰ ਕੀ ਯਾਰ ਸੌਖੀ ਜੀ ਕਲਾਸ ਹੈਗੀ ਆ। ਸੋ ਇਸ ਕਰਕੇ ਉਹ ਬੋਰ ਫੀਲ ਕਰੇਗਾ ਜੇਕਰ ਤੁਸੀਂ ਉਹਨੂੰ ਕਲਾਸ ਐਕਟੀਵਿਟੀਜ਼ ਜਾਂ ਫਿਰ ਕੋਈ ਜ਼ਿਆਦਾ ਕੰਮ ਤੁਸੀਂ ਨਾ ਦਿਓਗੇ। ਸੋ ਆਪਸ਼ਨ ਨੰਬਰ B ਜਵਾਬ ਨੂੰ ਤੁਸੀਂ ਲਗਾ ਲਿਓ ਟਿਕ। ਆਪਾਂ ਚੱਲਦੇ ਹਾਂ ਅੱਜ ਦੇ ਸੈਕਿੰਡ ਲਾਸਟ ਪ੍ਰਸ਼ਨ 'ਤੇ। ਡਿਸਲੈਕਸੀਆ ਕੀ ਹੈਗਾ ਜੀ? ਡਿਸਲੈਕਸੀਆ ਕਾਹਦੇ ਨਾਲ ਸੰਬੰਧਿਤ ਹੈ? ਮੈਂਟਲ ਡਿਸਆਰਡਰ ਹੈ, ਮਾਨਸਿਕ ਗੜਬੜ ਨਾਲ। ਮੈਥਮੈਟੀਕਲ ਡਿਸਆਰਡਰ ਹੈ, ਗਣਿਤਿਕ ਗੜਬੜ ਨਾਲ। ਰੀਡਿੰਗ ਡਿਸਆਰਡਰ ਪੜ੍ਹਨ ਗੜਬੜ ਨਾਲ। ਜਾਂ ਫਿਰ ਬਿਹੇਵੀਅਰਲ ਡਿਸਆਰਡਰ ਵਿਵਹਾਰਕ ਗੜਬੜ ਨਾਲ। ਸੋ ਇਹ ਜਿਹੜਾ ਡਿਸਲੈਕਸੀਆ ਹੈਗਾ ਜੀ ਜਿਹਦੇ ਵਿੱਚ ਆਪਾਂ ਸ਼ਬਦ ਨੂੰ ਪੁੱਠਾ ਸਿੱਧਾ ਪੜ੍ਹ ਲੈਂਦੇ ਹਾਂ, ਡੌਗ ਨੂੰ ਗੋਡ ਪੜ੍ਹਤਾ, ਮਤਲਬ ਸ਼ਬਦਾਂ ਨੂੰ ਆਪਾਂ ਜਾਂ ਫਿਰ ਅੱਖਰਾਂ ਨੂੰ ਪੁੱਠਾ ਪੜ੍ਹ ਲੈਂਦੇ ਹਾਂ। ਸੋ ਇਹ ਇੱਕ ਰੀਡਿੰਗ ਡਿਸਆਰਡਰ ਹੈ। ਕੀ ਹੈਗਾ ਜੀ? ਰੀਡਿੰਗ ਡਿਸਆਰਡਰ।
ਡਿਸਲੈਕਸੀਆ। ਜ਼ਿਆਦਾ ਧਿਆਨ ਦਿੱਤਾ ਜਾਵੇ ਤੇ ਇਸ ਡਿਸਆਰਡਰ ਤੇ ਕੰਟਰੋਲ ਵੀ ਕੀਤਾ ਜਾ ਸਕਦਾ ਆ। ਆਪਸ਼ਨ ਨੰਬਰ ਸੀ ਜਵਾਬ ਨੂੰ ਲਗਾ ਲਿਓ ਟਿਕ ਤੇ। ਆ ਚੱਲਦੇ ਆ ਅੱਜ ਦੇ ਲਾਸਟ ਪ੍ਰਸ਼ਨ ਤੇ। ਰੋਬਿਨ ਨਾਮ ਦਾ ਲੜਕਾ ਆ, ਘਰੇ ਬਹੁਤ ਗੱਲ ਕਰਦਾ ਆ, ਸੌਰੀ ਘਰੇ ਨਹੀਂ ਗੱਲ ਕਰਦਾ, ਸਕੂਲੇ ਬਹੁਤ ਗੱਲ ਕਰਦਾ ਆ ਤੇ ਘਰੇ ਬਿਲਕੁਲ ਵੀ ਨਹੀਂ ਗੱਲ ਕਰਦਾ। ਤੇ ਇਹਦਾ ਦੱਸੋ ਕੀ ਕਾਰਨ ਹੋ ਸਕਦਾ ਆ। ਰੋਬਿਨ ਜਿਹੜਾ ਘਰੇ ਜ਼ਿਆਦਾ ਨਹੀਂ ਬੋਲਦਾ, ਜਾਂ ਫਿਰ ਇੱਥੇ ਚਲੋ ਬੋਲਦੀ ਲਿਖਿਆ ਹੋਇਆ ਵੀ ਇਹ ਜ਼ਿਆਦਾ ਨਹੀਂ ਬੋਲ ਰਿਹਾ ਜਾਂ ਬੋਲ ਰਹੀ, ਤੇ ਉਹ ਇਹਦਾ ਨਾਲ ਕੀ ਪਤਾ ਲੱਗਦਾ ਆ ਵੀ ਘਰੇ ਤਾਂ ਬੋਲ ਨਹੀਂ ਰਿਹਾ ਪਰਸਨ ਤੇ ਸਕੂਲੇ ਬੋਲ ਰਿਹਾ। ਤੇ ਸਕੂਲ ਪ੍ਰੋਵਾਈਡ ਓਪਰਚੁਨਿਟੀਜ਼ ਟੂ ਚਿਲਡਰਨ ਟੂ ਟਾਕ ਅਲੋਟ, ਕਿ ਸਕੂਲ ਬੱਚਿਆਂ ਨੂੰ ਕਾਫੀ ਜ਼ਿਆਦਾ ਬੋਲਣ ਦੇ ਅਵਸਰ ਪ੍ਰਦਾਨ ਕਰਦਾ ਆ। ਜਾਂ ਫਿਰ ਟੀਚਰਸ ਡਿਮਾਂਡ ਦੈਟ ਚਿਲਡਰਨ ਸ਼ੁੱਡ ਟਾਕ ਅਲੋਟ ਐਟ ਸਕੂਲ, ਕਿ ਅਧਿਆਪਕ ਮੰਗ ਕਰਦੇ ਹਨ ਕਿ ਬੱਚਿਆਂ ਨੂੰ ਜ਼ਿਆਦਾ ਬੋਲਣਾ ਚਾਹੀਦਾ ਆ। ਜਾਂ ਫਿਰ ਆਪਸ਼ਨ ਨੰਬਰ ਸੀ ਸ਼ੀ ਡਜ਼ ਨਾਟ ਲਾਈਕ ਹਰ ਹੋਮ ਐਟ ਆਲ, ਉਹ ਆਪਣੇ ਘਰ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਹੈ। ਜਾਂ ਫਿਰ ਹਰ ਥਾਟਸ ਐਂਡ ਗੈਟ ਐਕਨੋਲੇਜਡ ਐਟ ਸਕੂਲ, ਉਸ ਦੇ ਵਿਚਾਰਾਂ ਨੂੰ ਸਕੂਲ ਵਿਖੇ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ। ਸੋ ਆਪਸ਼ਨ ਨੰਬਰ ਕਿਹੜਾ ਜਵਾਬ ਸਹੀ ਹੋ ਸਕਦਾ ਆ। ਸੋ ਕੁਝ ਸਾਥੀ ਸਟਕ ਹੋ ਸਕਦੇ ਆ ਕਿ ਆਪਸ਼ਨ ਨੰਬਰ ਏ ਵੀ ਜਵਾਬ ਸਹੀ ਲੱਗ ਰਿਹਾ, ਡੀ ਵੀ ਸਹੀ ਲੱਗ ਰਿਹਾ। ਵੈਸੇ ਗੱਲ ਕਰਦੇ ਆ, ਜੇ ਮੰਨ ਲਓ ਜਿਵੇਂ ਐਤਕੀ ਪੰਜਾਬ ਬੋਰਡ ਪੇਪਰ ਲੈ ਰਿਹਾ ਤੇ ਉਹਨਾਂ ਨੇ ਜਿਹੜਾ ਵੀ ਇਹਦੇ ਵਿੱਚੋਂ ਜਵਾਬ ਦਾ ਸਹੀ ਜਵਾਬ ਦੇ ਦਿੱਤਾ ਨਾ, ਉਹ ਤੁਹਾਨੂੰ ਮੰਨਣਾ ਪੈਣਾ ਆ। ਮਤਲਬ ਕਿ ਕਈ ਵਾਰ ਬੋਰਡ ਆਪਦੇ ਵੱਲੋਂ ਨਾ ਜਿਹੜਾ ਜਵਾਬ ਉਹਨੇ ਸਹੀ ਦੇ ਦਿੱਤਾ, ਇਹੋ ਜਿਹੇ ਜਿਹੜੇ ਕੁਐਸਚਨ ਹੁੰਦੇ ਨੇ ਉਹਨਾਂ ਨੂੰ ਆਪਾਂ ਕੋਰਟ ਦੇ ਵਿੱਚ ਵੀ ਕੁਝ ਖਾਸ ਸਾਬਿਤ ਕਰ ਨਹੀਂ ਸਕਦੇ ਹੁੰਦੇ, ਕਿਉਂਕਿ ਇਹੋ ਜਿਹੇ ਜਿਹੜੇ ਕੁਐਸਚਨ ਹੁੰਦੇ ਆ ਨਾ ਉਹ ਦੋਨੋਂ ਹੀ ਸਹੀ ਲੱਗਦੇ ਹੁੰਦੇ ਆ। ਬਟ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈਗਾ ਨਾ ਉਹ ਆਪਸ਼ਨ ਨੰਬਰ ਡੀ ਹੀ ਬਣੂਗਾ, ਕਿਉਂਕਿ ਉਹਦੇ ਵਿਚਾਰਾਂ ਨੂੰ ਅਕਨੋਲੇਜ ਕੀਤਾ ਜਾਂਦਾ ਆ ਸਕੂਲ ਦੇ ਵਿੱਚ। ਜੇਕਰ ਬੱਚਾ ਕੁਝ ਬੋਲ ਰਿਹਾ ਤੇ ਉਹਨੂੰ ਸੁਣਿਆ ਜਾ ਰਿਹਾ, ਉਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ, ਓਪਰਚੁਨਿਟੀਜ਼ ਤਾਂ ਸਾਰਿਆਂ ਨੂੰ ਮਿਲ ਰਹੀਆਂ। ਬਟ ਜੇਕਰ ਕੁਐਸਚਨ ਨੂੰ ਦੇਖੀਏ ਤਾਂ ਕੁਐਸਚਨ ਦੇ ਵਿੱਚ ਤਾਂ ਇਹ ਲਿਖਿਆ ਹੋਇਆ ਕਿ ਰੋਬਨ ਨਾਮ ਦੀ ਲੜਕੀ ਘਰੇ ਨਹੀਂ ਬੋਲਦੀ, ਸਕੂਲੇ ਜ਼ਿਆਦਾ ਬੋਲਦੀ ਹੈ। ਮਤਲਬ ਸਕੂਲੇ ਜੇਕਰ ਜ਼ਿਆਦਾ ਬੋਲ ਰਹੀ ਹੈ ਕਿਉਂਕਿ ਉਹਨੂੰ ਓਪਰਚੁਨਿਟੀਜ਼ ਮਿਲ ਰਹੀਆਂ ਨੇ ਤਾਂ ਜ਼ਿਆਦਾ ਬੋਲ ਰਹੀ ਹੈ, ਨਹੀਂ ਕਿਉਂਕਿ ਉਹ ਜੋ ਕੁਝ ਬੋਲ ਰਹੀ ਹੈ ਉਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਉਹ ਤਾਂ ਜ਼ਿਆਦਾ ਬੋਲ ਰਹੀ ਹੈ। ਸੋ ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੈਗਾ ਜੀ, ਇਹ ਤੁਹਾਡਾ ਬਿਲਕੁਲ ਸਹੀ ਜਵਾਬ ਹੋਊਗਾ। ਤੇ ਇਸ ਸੈਸ਼ਨ ਦੀ PDF ਨੂੰ ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਭੇਜ ਦਊਂਗਾ। ਬਾਕੀ ਦੋਸਤੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ। ਐਂਡ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।